ਪੇਰੋਲ ਇਨ ਪਲੇਸ ਦੀ ਗੱਲ ਤਾਂ ਕਰਾਂਗੇ ਕਿਉਂਕਿ ਨਾ ਉਹਦੀ ਕਾਫੀ ਲੋਕੀ ਜਿਹੜੀ ਕੰਸਲਟੇਸ਼ਨ ਮੰਗ ਰਹੇ ਆ ਤੇ ਓਕੇ ਉਹਨਾਂ ਨੂੰ ਤਾਂ ਕਿ ਜਿਹੜੀ ਇਨਫੋਰਮੇਸ਼ਨ ਇੱਥੇ ਮਿਲ ਜਾਵੇ, ਕੰਸਲਟੇਸ਼ਨ ਨਾ ਬਣਾਉਣੀ ਪਵੇ। ਸੋ ਇਨਫੋਰਮੇਸ਼ਨ ਇਹ ਹੈ ਕਿ ਜਿਹੜਾ ਪੇਰੋਲ ਇਨ ਪਲੇਸ I-131F ਜਿਹੜਾ ਚਲਾਇਆ ਸੀਗਾ ਇਹਨਾਂ ਨੇ ਪ੍ਰੋਗਰਾਮ, ਉਹਨਾਂ ਦੇ ਉੱਤੇ ਕਈ ਸਟੇਟਸ ਨੇ ਜਿਹੜਾ ਲਾਅ ਸੂਟ ਹੁਣ ਕਰਤਾ ਹੈ ਨਾ, ਜਿੱਦਾਂ ਆਪਾਂ ਪਹਿਲਾਂ ਹੀ ਪ੍ਰੈਡਿਕਟ ਕੀਤਾ ਹੀ ਸੀਗਾ ਸ਼ੁਰੂ ਤੋਂ ਹੀ, ਤੇ ਹੋਣਾ ਹੀ ਆਪਣੀਆਂ ਹੈ। ਵੀਡੀਓ ਵਗੈਰਾ ਵੀ ਤੁਸੀਂ ਚੈੱਕ ਕਰ ਸਕਦੇ ਆ ਕਿ ਹੂੰ ਪੇਰੋਲ ਇਨ ਪਲੇਸ ਦੀ ਜਦੋਂ ਈਵਨ ਸੋਸ਼ਲ ਮੀਡੀਆ ਤੇ ਟਿਕਟੌਕ ਵਗੈਰਾ ਤੇ ਵੀ ਪਾਈ ਸੀ ਕਿ ਇਹ ਦੇਖਦੇ ਆ ਕਿ ਕਿੰਨੀ ਦੇਰ ਇਹ ਚੱਲਣਾ, ਕਿ ਬਾਹਲੀ ਇਹ ਤੋਂ ਉਮੀਦ ਨਾ ਲਾਇਓ, ਸਾਨੂੰ ਪਤਾ ਨਹੀਂ ਇਹ ਪੋਲੀਟੀਕਲ ਸਟੰਟ ਆ ਕੀ ਆ, ਹੂੰ ਕੀ ਇਹਦਾ ਫਿਊਚਰ ਜਿਹੜਾ ਹੋਣਾ। ਤੇ ਉਹਨਾਂ ਨੇ ਕਈ ਲਾਇਰਸ ਨੇ ਰਿਪੋਰਟ ਕੀਤਾ ਕਿ ਉਹਨਾਂ ਨੇ ਜਦੋਂ ਅਰਲੀ ਫਾਈਲਿੰਗ ਕੀਤੀ ਸੀ, ਇੱਕ ਦੋ ਜਣਿਆਂ ਦੇ ਜਿਹੜੇ ਪੇਰੋਲ ਇਨ ਪਲੇਸ ਜਿਹੜੇ ਫਾਰਮ ਅਪਰੂਵ ਹੋ ਗਏ ਸੀਗੇ ਇਨੀਸ਼ੀਅਲੀ ਠੀਕ ਪਹਿਲੇ ਹੈ ਇੱਕ ਜੀ। ਦੋ ਦਿਨਾਂ ਦੇ ਵਿੱਚ। ਓਕੇ ਹੂੰ ਉਹ ਹੁਣ ਪਤਾ ਨਹੀਂ ਕਿ ਇਹ ਸਹੀ ਇਨਫੋਰਮੇਸ਼ਨ ਹੈ, ਕਿੰਨਿਆਂ ਦੇ ਹੋਏ ਕਿੰਨਿਆਂ ਦੇ ਨਹੀਂ ਹੋਏ। ਪਰ ਜਦੋਂ ਤੋਂ ਲਾਅ ਸੂਟ ਪੈ ਗਿਆ ਤੇ ਕਾਫੀ ਜਿਹੜੀ ਇਹਦੇ ਬਾਰੇ ਚਰਚਾ ਚੱਲ ਰਹੀ ਕਿ ਕੀ ਇਸ ਪ੍ਰੋਗਰਾਮ ਦਾ ਫਿਊਚਰ ਹੋਊਗਾ। ਹੂੰ ਤੇ ਹੁਣ ਜਿਹੜੀ USCIS ਉਹਨਾਂ ਨੇ ਅਨਾਉਂਸ ਕੀਤਾ ਕਿ ਉਹ ਐਪਲੀਕੇਸ਼ਨ ਐਕਸੈਪਟ ਕਰ ਰਹੇ ਆ, ਪਰ ਉਹ ਤੇ ਐਡਜੂਡੀਕੇਟ ਨਹੀਂ ਕਰੂਗੇ, ਮਤਲਬ ਪੈਂਡਿੰਗ 'ਚ ਰਹੂਗੀਆਂ। ਤੇ ਸਾਨੂੰ ਇਹਦਾ ਫਿਊਚਰ ਨਹੀਂ ਪਤਾ ਹੁਣ ਕਿ ਇਸ ਵੇਲੇ ਇਹ ਪ੍ਰੋਗਰਾਮ ਜਿਹੜਾ ਕਿੱਧਰ ਨੂੰ ਜਾਣਾ। ਅਗੇਨ ਮਤਲਬ ਇਲੈਕਸ਼ਨ ਆ ਤੇ ਸਾਨੂੰ ਇਹ ਵੀ ਨਹੀਂ ਪਤਾ ਕਿ ਕਿਹੜੀ ਸਰਕਾਰ ਜਿਹੜੀ ਆਣੀ ਆ। ਹੂੰ ਤੇ ਕਈ ਲੋਕੀ ਜਿਹੜੇ ਹੁਣ ਕਾਲ ਕਰਦੇ ਆ, ਕੰਸਲਟੇਸ਼ਨ ਮੰਗਦੇ ਆ, ਉਹ ਇਹ ਆ ਕਿ ਉਹ ਜਾਂ ਤਾਂ ਰਿਮੂਵਲ ਪ੍ਰੋਸੀਡਿੰਗਸ ਦੇ ਵਿੱਚ ਹੈਗੇ ਆ, ਤੇ ਜਾਂ ਉਹਨਾਂ ਦੇ ਉੱਤੇ ਆਲਰੇਡੀ ਡੀਪੋਟੇਸ਼ਨ ਆਰਡਰ ਵਗੈਰਾ ਪੁਰਾਣਾ ਜਿਹੜਾ ਲੱਗਿਆ ਹੋਇਆ। ਠੀਕ ਹੈ। ਤੇ ਉਹ ਕੀ ਉਹਨਾਂ ਨੂੰ ਮੇਨ ਖਤਰਾ ਇੱਕ ਇਹ ਹੈ ਕਿ ਮੈਨੂੰ ਫੜ ਨਾ ਲੈਣ। ਹਾਂਜੀ ਜੀ ਸੋ ਕੰਸਲਟੇਸ਼ਨ ਦਾ ਪਰਪਸ ਇਹ ਹੁੰਦਾ ਕਿ ਮੈਨੂੰ ਇਨਫੋਰਮੇਸ਼ਨ ਦਿਓ ਕਿ ਕੋਈ ਮੈਨੂੰ ਰਿਸਕ ਤਾਂ ਨਹੀਂ ਹੈਗਾ ਇਹਦਾ ਪੇਰੋਲ ਇਨ ਪਲੇਸ ਫਾਈਲ ਕਰਨ ਦਾ। ਸੋ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਅਗੇਨ ਇਹ ਡਿਪੈਂਡ ਕਰਦਾ, ਦੇਖੋ ਰਿਸਕ ਤਾਂ ਇਦਾਂ ਕਿ ਜਿਹੜੇ ਹੁਣ ਬੰਦਾ ਕ੍ਰੈਡਿਟ ਕਾਰਡ ਯੂਜ਼ ਕਰ ਰਿਹਾ, ਸੋਸ਼ਲ ਸਿਕਿਉਰਿਟੀ ਯੂਜ਼ ਕਰ ਰਿਹਾ, ਜੇ ਫੜਨ ਤੇ ਆਣ ਬੰਦੇ ਨੂੰ, ਉਹ ਤਾਂ ਕਿਸੇ ਨੂੰ ਵੀ ਫੜ ਸਕਦੇ ਆ, ਹਨਾ। ਪ੍ਰਾਇੋਰਟੀ ਤਾਂ ਨਹੀਂ ਫਿਰ ਉਹਨਾਂ ਲਈ। ਹਾਂਜੀ, ਰੈਸਟੋਰੈਂਟਾਂ ਤੇ ਛਾਪੇ ਮਾਰ ਸਕਦੇ ਆ, ਫਾਰਮਸ ਤੇ ਛਾਪੇ ਮਾਰ ਸਕਦੇ ਆ, ਮੀਟ ਪੈਕਿੰਗ ਇੰਡਸਟਰੀਜ਼ ਤੇ ਛਾਪੇ ਮਾਰ ਸਕਦੇ ਆ। ਤੇ ਕਈ ਵਾਰੀ ਵਿੱਚ ਖਬਰ ਆਉਂਦੀ ਹੈ, ਕਰਦੇ ਵੀ ਏਦਾਂ ਟਾਵਾਂ ਜਿਹੜੀਆਂ ਖਬਰਾਂ ਕਈ 7-11 ਤੇ ਵਾਰੀ। ਕੁਝ ਸਾਲ ਪਹਿਲਾਂ ਬਹੁਤ ਸਾਰੇ ਇਕੱਠੇ ਹੀ ਛਾਪੇ ਵੱਜੇ ਸੀ ਉਦੋਂ ਜੀ। ਹਾਂਜੀ, ਸੋ ਦੇਖੋ ਕਰਨ ਨੂੰ ਤਾਂ ਉਹ ਕੁਝ ਵੀ ਕਰ ਸਕਦੇ। ਹੁਣ ਜਿਹਨਾਂ ਦੇ ਰਿਮੂਵਲ ਕਈ ਵਾਰੀ ਲੱਗ ਗਏ ਸੀਗੇ ਤੇ ਲੋਕੀ 15 20 ਸਾਲ ਤੋਂ ਜਿਹੜੇ 19 ਹੁਣ ਜਦੋਂ ਇਦਾਂ ਦਾ ਕੋਈ ਪ੍ਰੋਗਰਾਮ ਆਉਂਦਾ ਨਾ, ਕਈ ਵਾਰੀ ਕਾਲ ਜਾਂਦੀਆਂ 1980s 'ਚ ਮੈਂ ਆਇਆ ਸੀਗਾ, 1990s 'ਚ ਆਇਆ ਸੀਗਾ, ਤੇ ਪੁਰਾਣੇ ਜਿਹੜੇ ਕੇਸ ਆ, ਖਰਾਬ ਕੇਸ ਹੋ ਗਏ ਆ, ਹੋਰ ਕਈ ਜਿਹੜੇ ਮਸਲੇ ਉਹਦੇ ਵਿੱਚ ਹੈਗੇ ਆ। ਤੇ ਉਹ ਦੇਖੋ ਤੁਹਾਡਾ ਆਪਣਾ ਰਿਸਕ, ਸਾਨੂੰ ਨਹੀਂ ਪਤਾ। ਇਹ ਤਾਂ ਹੁਣ ਸਰਕਾਰ ਜੇ ਕਰਨ ਤੇ ਆਵੇ ਕੁਝ ਵੀ ਕਰ ਸਕਦੀ ਹੈ, ਪਰ ਜੇ ਹੁਣ ਤੁਹਾਨੂੰ ਵੀ ਇੱਥੇ 15 20 ਸਾਲ ਰਹਿੰਦੇ ਨੂੰ ਹੋ ਗਏ ਆ, ਤੁਹਾਨੂੰ ਵੀ ਪਤਾ ਹੀ ਹੋਣਾ ਕਿ ਤੁਹਾਡੇ ਨਾਲ ਦੇ ਜਾਂ ਸੱਜਣ ਮਿੱਤਰ ਜਾਂ ਕੋਈ ਹੋਰ ਕਿੰਨੇ ਕੁ ਲੋਕ ਉਹਨਾਂ ਨੇ ਵਾਪਸ ਐਕਚੁਅਲੀ ਡਿਪੋਰਟ ਕੀਤੇ ਆ ਜਾਂ ਨਹੀਂ ਕੀਤੇ, ਹਨਾ। ਤੁਹਾਨੂੰ ਮੇਰੇ ਤੋਂ ਵੀ ਹੋ ਸਕਦਾ ਜ਼ਿਆਦਾ ਹੋਵੇ, ਮੈਂ ਤਾਂ 2007 'ਚ ਆਇਆ ਸੀਗਾ ਉਰੇ, ਤੇ ਉਤੋਂ ਤੁਸੀਂ ਲਗਾ ਸਕਦੇ ਆ ਕਿ ਕਿੰਨੇ ਕਿਸੇ ਵਾਪਸ ਭੇਜਦੇ ਆ, ਨਹੀਂ ਭੇਜਦੇ ਆ। ਸੋ 131 ਜਿਹੜਾ F ਪ੍ਰੋਗਰਾਮ ਆ, ਉਹਨੇ ਕੋਈ ਤੁਹਾਨੂੰ ਪਰਮਾਨੈਂਟ ਸੋਲੂਸ਼ਨ ਨਹੀਂ ਹੈਗਾ ਅੱਜ ਦੀ ਡੇਟ ਦੇ ਵਿੱਚ। ਅੱਜ ਦੀ ਡੇਟ ਦੇ ਵਿੱਚ ਸਿਰਫ ਇੰਨੀ ਕੁ ਆਪਸ਼ਨ ਆ ਕਿ ਤੁਸੀਂ ਆਪਣੀ ਲੱਤ ਜਿਹੜੀ ਉਹ ਉਡਾ ਸਕਦੇ ਆ। ਸੋ ਕਈ ਲੋਕੀ ਜਿਹੜੇ ਹੈਗੇ ਆ ਨਾ, ਉਹ ਇਹ ਸੋਚਦੇ ਆ ਕਿ ਜ਼ਿਆਦਾਤਰ ਜਿਹੜੇ ਆ ਉਹਨਾਂ ਇਹ ਸੋਚਦੇ ਆ ਕਿ ਹੁਣ ਪੇਰੋਲ ਆ ਜਾਣਾ ਵਾ, ਮੈਂ 601A ਵੇਵਰ ਨਾ ਕਰਾਂ, ਮੈਂ ਰੁਕ ਜਾਵਾਂ, ਠੀਕ ਹੈ। ਉਹ ਹੁਣ ਕਈਆਂ ਨੇ 601A ਨਹੀਂ ਕੀਤਾ, ਉਹ ਇਸ ਦੁਵਿਧਾ 'ਚ ਰਹਿੰਦੇ ਆ ਕਿ ਚੱਲ ਦੇਖਦੇ ਆ ਕੀ ਹੋਊਗਾ, ਵੇਖਦੇ ਆ ਕੀ ਹੋਊਗਾ, ਇਮੀਗ੍ਰੇਸ਼ਨ ਰਿਫਾਰਮ ਆਊਗਾ। ਜਦੋਂ ਹੁਣ ਪੇਰੋਲ ਪਲੇਸ ਆਇਆ, ਉਹ ਸੇਮ ਲੋਕੀ ਆ ਕਿ ਅੱਛਾ ਦੇਖਦੇ ਆ ਹੁਣ ਇਹਦਾ ਕੀ ਹੋਊਗਾ। ਏਦਾਂ ਕਈ ਵਾਰੀ ਬੰਦਾ ਜਿਹੜਾ ਦੇਖਦਾ ਨਾ, ਉਹ ਦੇਖਦਾ ਹੀ ਰਹਿ ਜਾਂਦਾ ਹੁੰਦਾ, ਕਿਉਂਕਿ ਹੁਣ ਜਿਹੜਾ ਕੋਰਟ ਦੀ ਵਰਡਿਕਟ ਇਹ ਵੀ ਆ ਸਕਦੀ ਹੈ ਕਿ ਇੰਨੀ ਤਰੀਕ ਨੂੰ ਪ੍ਰੋਗਰਾਮ ਇਹ ਬੰਦ ਹੋ ਜਾਣਾ। ਜਿਨ੍ਹਾਂ ਨੇ ਕਰਤਾ, ਨਵੇਂ ਨਹੀਂ ਆਪਾਂ ਐਪਲੀਕੇਸ਼ਨ ਐਕਸੈਪਟ ਕਰਨੀ ਜਾਂ ਐਡਜੂਡੀਕੇਟ ਕਰਨੀ। ਸੋ ਤੁਹਾਨੂੰ ਨਹੀਂ ਪਤਾ ਕਿ ਕਿੱਦਾਂ ਇਹ ਰੂਲਿੰਗ ਜਿਹੜੀ ਚੱਲਣੀ ਆ। ਇੱਕ ਚੀਜ਼ ਜਿਹੜੀ ਇਹ ਹੈ ਕਿ ਜਦੋਂ ਤੁਸੀਂ ਫਾਈਲ ਕਰਦੇ ਆ ਨਾ, ਤੁਸੀਂ ਆਪਣੇ ਚੈੱਕ ਰਾਹੀਂ ਉਹ ਫਾਈਲ ਕਰ ਰਹੇ ਆ, ਤੇ ਸਰਕਾਰ ਜਿਹੜੀ ਤੁਹਾਡਾ ਚੈੱਕ ਕੈਸ਼ ਕਰ ਰਹੀ ਆ। ਮੈਂ ਨਹੀਂ ਅਜੇ ਤੱਕ ਦੇਖਿਆ ਕਿ ਸਰਕਾਰ ਨੇ ਚੈੱਕ ਕੈਸ਼ ਕਰਕੇ ਉਹ ਕਹੇ ਕਿ ਨਹੀਂ ਜੀ ਇਹ ਪ੍ਰੋਗਰਾਮ ਵੈਲਿਡ ਨਹੀਂ ਹੈਗਾ। ਉਹਦੇ ਉੱਤੇ ਫਿਰ ਹੋਰ ਲਾਅਸੂਟ ਉੱਠ ਜਾਣੇ ਕਿ ਤੁਸੀਂ ਸਾਡੇ ਪੈਸੇ ਕਿਉਂ ਕੈਸ਼ ਕੀਤੇ, ਕਿੱਦਾਂ ਹੋਇਆ, ਹਨਾ। ਸਹੀ ਗੱਲ ਆ। ਤੇ ਮੈਂ ਕਦੀ ਅੱਜ ਤੱਕ ਏਦਾਂ ਵੀ ਨਹੀਂ ਦੇਖਿਆ ਕਿ ਸਰਕਾਰ ਨੇ ਹੁਣ ਕਹਿੰਦੇ 5 ਲੱਖ ਲੋਕੀ ਆ ਤੇ 5 ਲੱਖ ਲੋਕਾਂ ਦੇ $480 500 ਹੀ ਲਾ ਲਓ, ਤੇ ਜੋ ਵੀ ਉਹਨਾਂ ਦਾ ਰੈਵਨਿਊ ਹੈ 5 ਲੱਖ ਲੋਕਾਂ ਦੇ ਹਿਸਾਬ ਨਾਲ ਉਹਨਾਂ ਨੇ ਲੋਕਾਂ ਦੀਆਂ ਫੀਸਾਂ ਜਿਹੜੀਆਂ ਵਾਪਸ ਮੋੜੀਆਂ। ਹੁਣ ਸਰਕਾਰ ਨੇ ਕਦੀ ਇਸ ਲੈਵਲ ਤੇ, ਸਪੈਸ਼ਲੀ ਇਮੀਗ੍ਰੇਸ਼ਨ ਨੇ ਜਿਹੜੀ ਏਜੰਸੀ ਫੰਡਡ ਹੀ ਲੋਕਾਂ ਦੀ ਫੀਸ ਦੇ ਨਾਲ ਹੈਗੀ ਆ। ਇਹ ਤਾਂ ਹੈ ਹੀ ਉਹ ਚੀਜ਼ ਆ ਵੀ ਉਹਦੇ ਵਿੱਚ ਜਾਂਦੇ ਹੀ ਆ, ਨਿਕਲਦੇ ਨਹੀਂ। ਹਾਂਜੀ, ਤੇ ਉਹ ਸਾਰੇ ਨੂੰ ਤੁਸੀਂ ਇਕੱਠਾ ਕਰਕੇ ਤੁਹਾਡਾ ਆਪਣਾ ਇਨਫੋਰਮ ਡਿਸੀਜਨ ਇਹਨੂੰ ਫਾਈਲ ਕਰਨਾ ਕਿ ਨਹੀਂ ਕਰਨਾ।
ਪਰ ਏਦਾਂ ਕਦੀ ਫਿਰ ਏਦਾਂ ਅਗਲੇ 20 ਸਾਲ ਫਿਰ ਹੋਰ ਨਾ ਉਡੀਕਦੇ ਰਹੋ ਕਿ ਯਾਰ ਕਦੀ ਕੋਈ ਚੀਜ਼ ਆਊਗੀ, ਉਹਨੂੰ ਆਪਾਂ ਕਰਾਂਗੇ ਫਿਰ, ਕਿਉਂਕਿ ਜਦੋਂ ਆਂਦੀ ਆ ਉਦੋਂ ਬੰਦਾ ਦੁਵਿਧਾ 'ਚ ਹੋ ਜਾਂਦਾ ਕਿ ਯਾਰ ਇਹਨੂੰ ਅਵੇਲ ਕੀਤੀ ਜਾਵੇ ਕਿ ਨਾ ਕੀਤੀ ਜਾਵੇ, ਹਨਾ। ਤੇ ਜਿਹੜੇ 601 ਵਾਲੇ ਸੀਗੇ ਉਹਨਾਂ ਨੂੰ, ਜੇ ਤੁਸੀਂ ਸਾਡਾ ਸ਼ੋਅ ਸੁਣੋ ਹਨਾ, ਜਦੋਂ ਇਹ ਸੀਗਾ ਕਾਫੀ ਲੋਕੀ ਇਹਦੀ ਸੋਸ਼ਲ ਮੀਡੀਆ ਤੇ ਜਿੱਦਾਂ ਟਿਕਟੌਕ ਵਗੈਰਾ ਤੇ ਕਾਫੀ ਸਨਸਨੀ ਜਿਹਦਾ ਫੈਲਾ ਰਹੇ ਸੀ, ਏਦਾਂ ਹੋ ਜਾਣਾ ਉਦਾਂ ਹੋ ਜਾਣਾ, ਹਨਾ। ਤੇ ਆਪਣੇ ਸ਼ੋਅ ਤੁਸੀਂ ਜੇ ਪੁਰਾਣੇ ਸੁਣੋ ਤਾਂ ਆਪਣੀ ਸਲਾਹ ਇਹੀ ਸੀ ਕਿ 601 ਏ ਵੇਵਰ ਨੂੰ ਛੱਡੋ ਨਾ ਤੁਸੀਂ। ਤੇ ਹੁਣ ਕਈ ਵਾਰੀ ਕਾਲ ਕਰਕੇ ਕਹਿੰਦੇ ਆ ਕਿ ਨਹੀਂ ਸਹੀ ਕਿਹਾ ਸੀਗਾ ਯਾਰ, ਕਰ ਲੈਣਾ ਸੀਗਾ, ਐਵੇਂ 4-6 ਮਹੀਨੇ ਖਰਾਬ ਕਰ ਲਏ। ਸਲਾਹ ਹੁਣ ਵੀ ਉਹੀ ਆ, ਜਿਹੜੀ 131 ਆ ਉਹਦੇ ਵਿੱਚ ਪੈਰ ਆਪਣਾ ਫਸਾਓ। ਉਹਦੇ ਵਿੱਚ ਮੈਕਸਿਮਮ ਤੁਹਾਨੂੰ ਜਿਹੜੀ ਚੀਜ਼ ਮਿਲਣੀ ਉਹ ਪੇਰੋਲ ਇਨ ਪਲੇਸ ਮਿਲਣੀ ਆ, ਕੋਈ ਗ੍ਰੀਨ ਕਾਰਡ ਜਾਂ ਏਦਾਂ ਕੁਝ ਨਹੀਂ। ਸਾਨੂੰ ਨਹੀਂ ਪਤਾ ਜੇ ਕਿ ਉਹ ਰਾਹ ਜਾਣਾ ਉਧਰ ਨੂੰ ਕਿ ਨਹੀਂ ਜਾਣਾ। ਜਿਹਨਾਂ ਦੇ ਰਿਮੂਵਲ ਡੀਪੋਟੇਸ਼ਨ ਆਰਡਰ ਆ ਉਹਨਾਂ ਨੇ ਉਹ ਜਿਹੜੇ ਉਹਨਾਂ ਨਾਲ ਕਿੱਦਾਂ ਡੀਲ ਕਰਨਾ, ਮੋਸ਼ਨ ਟੂ ਰੀਓਪਨ ਉਹਨਾਂ ਦੀ ਗ੍ਰਾਂਟ ਕਰਨੀ ਆ ਨਹੀਂ ਕਰਨੀ ਆ, ਕੀ ਕਿੱਦਾਂ ਉਹਨਾਂ ਨੂੰ ਡੀਲ ਕਰਨਾ। ਤੇ ਜਿਹੜੇ 601 ਏ ਵਾਲੇ ਆਪਣਾ ਟਾਈਮ ਨਾ ਤੁਸੀਂ ਖਰਾਬ ਕਰੋ। ਹੁਣ ਨੂੰ ਤਾਂ ਇਹ ਵੀ ਹੋ ਸਕਦਾ ਕਿ ਜਿਹੜਾ ਹੁਣ ਕਈ ਸਾਨੂੰ ਕਹਿੰਦੇ ਆ ਕਿ ਨਹੀਂ ਆਪਾਂ ਨਾ ਫਾਈਲ ਕਰਕੇ ਫਿਰ ਵੇਖਦੇ ਆ 3-4 ਮਹੀਨੇ ਕਿੱਧਰ ਨੂੰ ਗੱਲਬਾਤ ਜਾਂਦੀ ਆ। ਹੋ ਸਕਦਾ 3-4 ਮਹੀਨੇ ਦੀ ਗੱਲਬਾਤ ਹੋਵੇ, ਹੋ ਸਕਦਾ ਇਹ ਸਾਲ ਲਿਟੀਗੇਸ਼ਨ 'ਚ ਚੱਲਦਾ ਰਹੇ। ਉਹ ਕਹਿਣ ਕਿ ਆਪਾਂ ਅੱਗੋਂ ਅਪੀਲ ਕਰਨੀ ਹੈ, ਏਦਾਂ ਕਰਨਾ ਉਦਾਂ ਕਰਨਾ, ਹਨਾ। ਹੋ CLP ਸਕਦਾ ਵੇਲੇ ਵੀ ਇਦਾਂ ਹੀ ਹੋਇਆ ਸੀ ਵੀ ਲਿਟੀਗੇਸ਼ਨ ਤੋਂ ਬਾਅਦ ਖੌਰੇ ਵਾਪਸ ਲੈ ਲੈਣਾ ਉਹਨਾਂ ਨੇ, ਹੋਇਆ ਥੋੜੀ ਵਾਪਸ। ਉਹਨਾਂ ਨੇ ਜਿਹੜਾ ਡਾਕਾ ਦਾ ਜਿਹੜਾ ਸੀਗਾ ਪ੍ਰੋਗਰਾਮ, ਉਹਨਾਂ ਨੂੰ ਦੇਖ ਲਓ ਤੁਸੀਂ ਕਿੱਦਾਂ ਸੁਪਰੀਮ ਕੋਰਟ ਤੱਕ ਉਹ ਲੈ ਰਿੰਗ ਕੇ ਗਏ। ਕਰਕੇ ਆਇਆ ਕਿ ਉਹ ਵੀ ਇੱਕ ਵਾਰੀ ਨਹੀਂ, 2-2 3-3 ਵਾਰੀ ਮਲਟੀਪਲ ਰਾਉਂਡਸ ਜਿਹੜੇ। ਸਹੀ ਗੱਲ। ਤੇ ਉਹਦੀ ਐਡੀ ਵੱਡੀ ਜਿਹੜੀ ਨਿਊਜ਼ ਸੀਗੀ। ਸੋ ਇਹ ਪ੍ਰੋਗਰਾਮਸ ਦਾ ਸਾਨੂੰ ਪਤਾ ਨਹੀਂ ਹੁੰਦਾ। ਸੋ ਜਿਹੜੀ ਤੁਹਾਡੇ ਕੋਲ ਆਪਸ਼ਨਸ ਹੁੰਦੀਆਂ ਨਾ ਇਮੀਗ੍ਰੇਸ਼ਨ 'ਚ, ਤੇ ਉਹ ਸਾਰੀਆਂ ਤੁਸੀਂ ਅਵੇਲ ਕਰਨੀਆਂ ਹੁੰਦੀਆਂ। ਸੋ ਜਿਹੜੀ ਇਮੀਗ੍ਰੇਸ਼ਨ ਆਬਵੀਅਸਲੀ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਤੁਹਾਡੀ ਇਸ ਦੇਸ਼ ਦੇ ਵਿੱਚ, ਹਨਾ। ਹੁਣ ਹੈਲਥ ਤੋਂ ਬਾਅਦ ਤਾਂ ਇਮੀਗ੍ਰੇਸ਼ਨ ਹੀ ਆਉਂਦੀ ਹੈ ਜੇ ਵੇਖਿਆ ਜਾਵੇ ਤਾਂ, ਕਿ ਜੇ ਬੰਦਾ ਰਹਿ ਹੀ ਨਹੀਂ ਪਾਇਆ ਤਾਂ ਸੋ ਇਹਨੂੰ ਇਹ ਹੈ ਕਿ ਸਲਾਹ ਇਹੀ ਹੈ ਕਿ ਇਹਨੂੰ ਫਾਈਲ ਕਰੋ। 601 ਏ ਆਪਣਾ ਜਿਹੜਾ ਹੈਗਾ ਉਹ ਫਾਈਲ ਕਰੋ। ਤੇ ਕੀ ਇਹਦੇ ਰਿਸਕ ਹੈਗੇ ਆ? ਹਾਂਜੀ, ਇਹਦੇ ਰਿਸਕ ਹੋ ਸਕਦੇ ਆ। ਐ ਡਾਕਾ ਵਾਲਿਆਂ ਨੂੰ ਵੀ ਲੱਗਦਾ ਸੀਗਾ ਕਿ ਯਾਰ ਇਹਨਾਂ ਨੇ ਸਾਡੀਆਂ ਲਿਸਟਾਂ ਬਣਾ ਲੈਣੀਆਂ, ਫਿਰ ਸਾਡੇ ਪਿੱਛੇ ਆਣਾ, ਫਿਰ ਨਿਆਣਿਆਂ ਨੂੰ ਬਾਹਰ ਕੱਢ ਦੇਣਾ, ਪਰ ਨਹੀਂ ਕੱਢਿਆ ਉਹਨਾਂ ਨੇ। ਕਹਿੰਦੇ ਸੀਗੇ ਪਰ ਉਹਨੇ ਕੀਤਾ ਨਹੀਂ, ਕਿਉਂਕਿ ਜੇ ਇਦਾਂ ਕਰਦੇ ਆ ਤਾਂ ਫਿਰ ਜਿਹੜਾ ਇਮੀਗ੍ਰੇਸ਼ਨ ਆ ਉਹਦੇ ਸਿਸਟਮ 'ਚ ਫੇਥ ਲੋਕਾਂ ਦੀ ਜਿਹੜੀ ਉੱਠ ਜਾਊਗੀ। ਤੇ ਇੱਕ ਰੀਜ਼ਨ ਆ ਕਿ ਲੋਕੀ ਅਮਰੀਕਾ 'ਚ ਆਉਂਦੇ ਆ। ਤੁਸੀਂ ਵੀ ਬਾਰਡਰ ਟੱਪ ਕੇ ਜਾਂ ਵੀਜ਼ੇ ਰਾਹੀਂ ਜਾਂ ਜਿੱਦਾਂ ਵੀ ਆਏ ਸੀਗੇ, ਤੇ ਤੁਹਾਨੂੰ ਸਾਰਿਆਂ ਨੂੰ ਇੱਕ ਵਿਸ਼ਵਾਸ ਆ ਕਿ ਯਾਰ ਅਮਰੀਕਾ ਵਾ ਐਂਡ ਆਫ ਦਾ ਡੇ, ਇਦਾਂ ਹੈਗਾ, ਇੰਨਾ ਜ਼ਿਆਦਾ ਧੱਕਾ ਨਹੀਂ ਕਰਦੇ, ਹਨਾ। ਸਹੀ ਹੈ। ਸੋ ਔਨ ਬੈਲੈਂਸ ਸਲਾਹ ਇਹੀ ਹੈ ਕਿ ਇਹਨੂੰ ਕਰੋ ਫਾਈਲ। ਤੇ 601 ਏ ਜਿਹੜਾ ਆਪਣਾ ਹੈਗਾ ਨਾਲੋਂ ਨਾਲ ਜਿਹੜਾ ਪ੍ਰੋਸੈਸ ਚਲਾਓ, ਤੇ ਜਿਹੜੀ ਚੀਜ਼ ਉਹ ਤੋਂ ਪਹਿਲਾਂ ਹੋ ਜਾਂਦੀ ਆ ਉਹ ਤੁਸੀਂ ਉਹਨੂੰ ਅਵੇਲ ਕਰੋ। ਜਿਹਨਾਂ ਦੇ ਰਿਮੂਵਲ ਡੀਪੋਟੇਸ਼ਨ ਆਰਡਰ ਲੱਗੀ ਆ, ਕਈਆਂ ਦੇ ਕੇਸ ਬਹੁਤ ਖਰਾਬ ਹੋ ਗਏ ਪੁਰਾਣੇ, ਜਿੱਦਾਂ ਕਈਆਂ ਦੇ ਖੇਤੀਬਾੜੀ ਦੇ ਵਰਕਰ ਸੀ, ਕਿਸੇ ਨੇ ਅਸਾਈਲਮ ਲਾਈ ਫਿਰ ਨਾਮ ਬਦਲ ਕੇ ਫਿਰ ਅਸਾਈਲਮ ਲਾਈ, ਇਦਾਂ ਦੀਆਂ ਵੀ ਕਾਲਾਂ ਆਉਂਦੀਆਂ ਕਈ ਵਾਰੀ ਕਿ ਡਬਲ ਅਸਾਈਲਮ। ਉਹਨਾਂ ਨੇ ਕਿਹਾ ਕਿ ਨਹੀਂ ਤੇ ਤੇਰੇ ਝੂਠੀ ਇਨਫੋਰਮੇਸ਼ਨ ਏਦਾਂ ਉਦਾਂ, ਹਨਾ। ਹੁਣ ਦੇਖੋ ਜਿਹਨੇ ਬੰਦੇ ਨੇ ਫ੍ਰਿਵਲਸ ਅਸਾਈਲਮ ਕਿਸੇ ਵੇਲੇ ਫਾਈਲ ਕੀਤੀ ਸੀ ਜਾਂ ਉਹਨੂੰ ਉਹਨੇ ਫ੍ਰਿਵਲਸ ਅਸਾਈਲਮ ਦਾ ਚਾਰਜ ਲਾਤਾ, ਉਹਨੂੰ ਕੋਈ ਵੀ ਰਿਲੀਫ ਨਹੀਂ ਮਿਲਣਾ, ਉਹ ਡਨ ਆ ਬੰਦਾ। ਤੇ ਉਹਨਾਂ ਨੂੰ ਕੋਈ ਪੇਰੋਲ ਵਗੈਰਾ ਇਹ ਫਾਈਲ ਕਰਕੇ ਫਾਇਦਾ ਨਹੀਂ ਹੋਣਾ, ਕਿਉਂਕਿ ਅਲਟੀਮੇਟਲੀ ਜਦੋਂ ਤੁਸੀਂ ਗ੍ਰੀਨ ਕਾਰਡ ਫਾਈਲ ਕਰੋਗੇ ਜਾਂ ਕੌਂਸਲਰ ਪ੍ਰੋਸੈਸਿੰਗ ਕਰੋਗੇ, ਤੇ ਉਦੋਂ ਫ੍ਰਿਵਲਸ ਅਸਾਈਲਮ ਦਾ ਜਿਹੜਾ ਹੈਗਾ ਉਹਨੇ ਤੁਹਾਨੂੰ ਗ੍ਰੀਨ ਕਾਰਡ ਮਿਲਣ ਨਹੀਂ ਦੇਣਾ। ਪਰ ਜਿਹਨਾਂ ਦੇ ਰੈਗੂਲਰ ਜਿਹੜੀ ਡੀਪੋਟੇਸ਼ਨ ਆਰਡਰ ਲੱਗੇ ਸੀਗੇ, ਹੁਣ ਦੂਜੇ ਸੈਟ ਆਫ ਕਾਲਰ ਇਹ ਆ, ਉਹਨਾਂ ਦੇ ਡੀਪੋਟੇਸ਼ਨ ਵਗੈਰਾ ਲੱਗੀਆਂ ਸੀਗੀਆਂ ਪੁਰਾਣੀਆਂ, ਉਹਨਾਂ ਨੂੰ ਭੇਜਿਆ ਨਹੀਂ ਕਿਸੇ ਨੇ ਬਾਹਰ, ਅਜੇ ਤੱਕ ਇੱਥੇ ਰਹਿ ਰਹੇ ਆ। ਤੇ ਉਹਨਾਂ ਨੇ ਕਈਆਂ ਨੇ ਜਿਹੜੀ ਮੋਸ਼ਨ ਟੂ ਰੀਓਪਨ ਉਹ ਵੀ 2-2 3-3 4-4 ਵਾਰੀ ਟਰਾਈ ਕਰ ਚੁੱਕੇ ਆ ਡਿਫਰੈਂਟ ਵਕੀਲਾਂ ਕੋ, ਤੇ ਰੀਓਪਨ ਨਹੀਂ ਹੋਏ ਕੇਸ ਉਹਨਾਂ ਦੇ। ਉਹ ਜਿਹੜਾ ਹੁਣ ਰੀਓਪਨ ਦਾ ਹੈਗਾ, ਪਹਿਲਾਂ ਤੁਸੀਂ ਪੇਰੋਲ ਇਨ ਪਲੇਸ ਫਾਈਲ ਕਰੋ। ਸਾਨੂੰ ਹੁਣ ਅੱਗੇ ਨਹੀਂ ਪਤਾ ਕਿ ਕਿਉਂਕਿ ਜਿਹੜੀ ਸਰਕਾਰ ਆ ਉਹਨੇ ਪੂਰਾ ਖੁੱਲ ਕੇ ਨਹੀਂ ਦੱਸਿਆ ਰਿਮੂਵਲ ਆਰਡਰ ਵਾਲਿਆਂ ਦੇ ਬਾਰੇ ਆਪਾਂ ਕੀ ਕਰਨਾ। ਤੇ ਇੱਕ ਵਾਰੀ ਜੇ ਸਾਡਾ ਅਪਰੂਵ ਹੋ ਜਾਂਦਾ ਤੇ ਉਹਦੇ ਬੇਸ ਤੇ ਆਪਾਂ ਵੇਖਦੇ ਹਾਂ ਕਿ ਦੁਬਾਰਾ ਜਿਹੜੀ ਮੋਸ਼ਨ ਟੂ ਰੀਓਪਨ ਆ ਤੁਹਾਡਾ ਜਿਹੜਾ ਕੇਸ ਹੈਗਾ ਉਹ ਦੁਬਾਰਾ ਆਪਾਂ ਫਾਈਲ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ ਹਾਂ, ਟੂ ਬੀ ਸੀਨ। ਸੋ ਅੱਜ ਤੁਸੀਂ ਸਾਰੇ ਕੇਸ ਦੀ ਬਿਲਕੁਲ A to Z ਤੱਕ ਪਲੈਨਿੰਗ ਨਹੀਂ ਕਰ ਸਕਦੇ ਹੈਗੇ, ਕਿਉਂਕਿ ਸਾਨੂੰ ਇਹਦਾ ਫਿਊਚਰ ਨਹੀਂ ਪਤਾ। ਅੱਜ ਸਿਰਫ ਤੁਸੀਂ ਆਪਣੀ ਲੱਤ ਜਿਹੜੀ ਇਹ ਸਿਸਟਮ ਦੇ ਵਿੱਚ ਫਸਾ ਸਕਦੇ ਆ, ਉਨੀ ਕੁ ਸਿਰਫ ਜਿਹੜੀ ਆਪਸ਼ਨ ਉਹ ਹੈਗੀ ਆ। ਤੇ ਉਹ ਕਈ ਵਾਰੀ ਏਦਾਂ ਹੁੰਦਾ ਨਾ ਕਿ ਨਹੀਂ ਮੈਨੂੰ ਦੱਸੋ ਜੀ ਗ੍ਰੀਨ ਕਾਰਡ ਦਿਖਾਓ ਕਿੱਥੇ ਆ, ਹਾਮੀ ਭਰੋ ਪਹਿਲਾਂ ਗ੍ਰੀਨ ਕਾਰਡ ਦਾ ਕਿੰਨੇ % ਚਾਂਸ ਆ, ਤੁਹਾਨੂੰ ਕੀ ਲੱਗਦਾ, ਕਿੱਦਾਂ ਲੱਗਦਾ? ਕੁਛ ਨਹੀਂ ਲੱਗਦਾ ਸਾਨੂੰ। ਇਹ ਤਾਂ ਹੁਣ ਮੈਂ ਕਿਹਾ ਉਹਨੂੰ ਬਾਈਡਨ ਸਰਕਾਰ ਨੂੰ ਆਪ ਨਹੀਂ ਪਤਾ ਕੀ ਉਹਨਾਂ ਦੇ ਵਿਚਾਰਿਆਂ ਤੇ ਲਾਅਸੂਟ ਹੋ ਗਿਆ ਜਿਹਨਾਂ ਨੇ ਪਾਸ ਕੀਤਾ। ਉਹ ਤਾਂ ਆਪ ਵਿਚਾਰਾ ਉੱਥੇ ਬੈਠਾ ਆ ਬੀਚ ਦੇ ਉੱਤੇ, ਛੋਟੀ ਮਨਾਉਂਦਾ ਹੈ। ਉਹ ਤਾਂ ਆਪਣੀ ਫੰਡਿੰਗ ਮਿਲੀ, ਮੈਂ ਕਿਹਾ ਉਹਨੂੰ ਇਲੈਕਸ਼ਨ ਚੋਂ ਬਾਹਰ ਹੋਣਾ ਪਿਆ। ਇਹ ਤਾਂ ਮੈਂ ਕਿਹਾ ਹੁਣ ਸਹੀ ਗੱਲ ਡਿਪੈਂਡ ਕਰਦਾ ਕਿ ਸਿਸਟਮ ਕਿੱਦਾਂ ਵਾ, ਇਸ ਤਰੀਕੇ ਨਾਲ ਜਿਹੜਾ ਚੱਲਦਾ।
ਇੱਕ ਇਹਦੇ ਵਿੱਚ ਨਾ USCIS ਦੀ ਵੈਬਸਾਈਟ ਤੋਂ ਜੋ ਉਹਨਾਂ ਨੇ ਲਿਖਿਆ, ਜੇ ਤੁਸੀਂ ਕਹੋ ਤਾਂ ਮੈਂ ਸ਼ੇਅਰ ਕਰ ਦਿੰਦਾ। ਉਹਨਾਂ ਨੇ 2-3 ਪੁਆਇੰਟ ਜਿਹੜੇ ਉਹ ਲਿਖੇ ਆ, ਤਾਂ ਜੋ ਉਹਨਾਂ ਨੂੰ ਹੋਰ ਲੋਕਾਂ ਨੂੰ ਕਲੈਰਿਟੀ ਆ ਜਾਵੇ। ਜਿਹੜੇ ਕੇਸ ਈਸਟਰਨ ਡਿਸਟ੍ਰਿਕਟ ਆਫ ਟੈਕਸਸ ਨੇ ਜਿਹੜਾ ਉੱਤੇ ਰੋਕ ਲਾਈ ਆ। ਸੋ ਹਾਂਜੀ USCIS ਕਹਿ ਰਿਹਾ ਵੀ ਉਹ ਹੁਣ ਕਿਸੇ ਦੀ ਵੀ ਜਿਹੜੀ ਪੈਂਡਿੰਗ parole in place ਰਿਕੁਐਸਟ ਉਹ ਗ੍ਰਾਂਟ ਨਹੀਂ ਕਰੇਗਾ। ਜਿਹੜੀ ਕੀਪਿੰਗ ਫੈਮਿਲੀਜ਼ ਟੂਗੇਦਰ ਸਿਰਫ ਤੇ ਸਿਰਫ ਇਹਦੇ ਅੰਡਰ ਆਉਂਦੀ ਆ। ਜਿਹੜੀ ਹੋਰ ਜੀ parole in place ਉਹ ਚੱਲਦੀ ਰਹੂਗੀ। ਕਹਿੰਦੇ ਵੀ ਪਰ ਤੁਸੀਂ ਕੰਟੀਨਿਊ ਕਰ ਸਕਦੇ ਆ ਫਾਈਲਿੰਗ। ਕਹਿੰਦੇ ਵੀ ਅਸੀਂ ਅਸੈਪਟ ਕਰ ਰਹੇ ਆ 131F ਜਿਹੜਾ ਫਾਰਮ ਆ, ਐਪਲੀਕੇਸ਼ਨ ਜਿਹੜੀ ਆ parole in place for certain non-citizen spouses ਤੇ ਸਟੈਪ ਚਿਲਡਰਨ ਆਫ US ਸਿਟੀਜ਼ਨ। ਸੋ ਐਪਲੀਕੇਸ਼ਨਸ ਉਹ ਅਜੇ ਵੀ ਅਸੈਪਟ ਕਰ ਰਹੇ ਨੇ, ਪਰ ਉਹ ਉੱਤੇ ਉਹਨੂੰ ਪ੍ਰੋਸੈਸ ਨਹੀਂ ਕਰਨਗੇ। ਤੇ ਕਹਿੰਦੇ ਵੀ ਜੀ ਅਸੀਂ ਇਨਫੈਕਟ ਬਾਇਓਮੈਟ੍ਰਿਕ ਅਪਾਇੰਟਮੈਂਟਸ ਵੀ ਕੰਟੀਨਿਊ ਕਰ ਰਹੇ ਹਾਂ। ਸਕੈਜੂਲਿੰਗ ਉਹਦੀ ਚੱਲ ਰਹੀ ਆ, ਜਿਹੜੀ ਐਪਲੀਕੇਸ਼ਨ ਸਪੋਰਟ ਸੈਂਟਰ ਦੇ ਅੰਡਰ ਜਿਹੜੀ ਉਹਨਾਂ ਦੇ ਜਿਹੜੇ ਉਹ ਥਰੂ। ਸੋ ਫਾਈਲ ਤੁਸੀਂ ਅਜੇ ਵੀ ਇਹਦਾ ਮਤਲਬ USCIS ਦੇ ਕਹਿਣ ਮੁਤਾਬਕ ਕਰ ਸਕਦੇ ਆ। ਪ੍ਰੋਸੈਸਿੰਗ ਉਹਦੇ ਤੇ ਨਹੀਂ ਹੋਊਗੀ। ਨਾਲ ਉਹਨਾਂ ਨੇ ਕਿਹਾ ਵੀ 6:46 6:46 ਦੇ ਉੱਤੇ PM ਈਸਟਰਨ ਟਾਈਮ ਦੇ ਹਿਸਾਬ ਨਾਲ 26 ਅਗਸਤ 2024 ਤੋਂ ਪਹਿਲਾਂ ਜਿਨ੍ਹਾਂ ਦੀਆਂ ਐਪਲੀਕੇਸ਼ਨਸ ਮਿਲੀਆਂ ਆ ਉਹਨਾਂ ਦੇ ਉੱਤੇ ਇਹ ਆਰਡਰ ਲਾਗੂ ਨਹੀਂ ਹੋਣਾ। ਸੋ ਜੀ ਜਿਨ੍ਹਾਂ ਨੇ ਜਲਦੀ ਪਹਿਲੋਂ ਕਰਤੇ ਸੀ ਉਹਨਾਂ ਦੀ ਪ੍ਰੋਸੈਸਿੰਗ ਜਿਹੜੀ ਉਹ ਹੋ ਜਾਊਗੀ। ਤੇ ਜਿੱਦਾਂ ਕਿ ਦੱਸਿਆ ਕਿ ਜਿਹੜੀ ਕੱਟ ਆਫ ਹੁੰਦੀ ਨਾ, ਜਿੱਦਾਂ ਹੁਣ ਜਿਹੜਾ ਬੰਦਾ ਕਹਿੰਦਾ ਕਿ ਮੈਂ 4-6 ਮਹੀਨੇ ਦੇਖਦਾ, ਤੇ ਰਾਤੋਂ ਰਾਤ ਜਦੋਂ ਆਰਡਰ ਇਦਾਂ ਦਾ ਆ ਗਿਆ ਕਿ ਜਿਨ੍ਹਾਂ ਨੇ ਆਪਣਾ ਅਕਤੂਬਰ 1 ਤੋਂ ਪਹਿਲਾਂ ਕਰਤਾ, ਜਿਨ੍ਹਾਂ ਨੇ ਇਦਾਂ ਫਿਰ ਇਦਾਂ ਕਿ ਬੰਦਾ ਉਹ ਮੈਂ ਕਰਨਾ ਸੀਗਾ, ਮੈਂ ਵੇਟ ਹੀ ਕਰਦਾ ਸੀਗਾ, ਮੈਂ ਦੇਖਦਾ ਹੀ ਰਹਿ ਗਿਆ ਤੇ ਪ੍ਰੋਗਰਾਮ ਮੇਰੇ ਅੱਗੋਂ ਦੀ ਜਿਹੜਾ ਲੰਘ ਗਿਆ ਹੈ ਨਾ। ਇਹ ਤਾਂ 6:47 ਵਾਲੇ ਦਾ ਨਹੀਂ ਹੋਣਾ, 46 ਵਾਲੇ ਤੱਕ ਹੀ ਆ। 46 ਵਾਲੇ ਤੱਕ ਹੀ ਆ। ਹਾਂ ਤੁਸੀਂ ਹਿਸਾਬ ਲਾ ਲਓ ਵੀ ਇਦਾਂ ਹੁੰਦਾ ਹੈ। ਕੋਰਟ ਦਾ ਆਰਡਰ ਜਦੋਂ ਜੱਜ ਨੇ ਸਿਆਹੀ ਸੁੱਕੀ ਆ ਉਹਦੀ ਨਾਲ ਹੀ ਉੱਤੇ ਜਿਹੜਾ ਉਹ ਬੰਨ ਲੱਗ ਗਿਆ ਹੈ। ਸੋ ਇਸ ਤਰੀਕੇ ਦੇ ਨਾਲ ਹੁੰਦਾ ਆ। ਸੋ ਆਬਵੀਅਸਲੀ ਆ ਅਦਾਲਤਾਂ ਦੇ ਨਾਲ ਕਾਨੂੰਨ ਦੇ ਨਾਲ ਉਹਨਾਂ ਨੂੰ ਜਿਹੜਾ ਉਹ ਚੱਲਣਾ ਪੈਂਦਾ। ਸੋ ਇਹ ਲੇਟੈਸਟ parole in place ਕੀਪਿੰਗ ਫੈਮਿਲੀਜ਼ ਟੂਗੇਦਰ ਜਿਹੜਾ ਪ੍ਰੋਗਰਾਮ ਦੇ ਅੰਡਰ ਇਹ ਜਿਹੜਾ ਚੱਲ ਰਿਹਾ ਆ। ਸੋ ਜਿੱਦਾਂ ਤੁਸੀਂ ਵੀ ਸਲਾਹ ਦਿੱਤੀ ਭਾਈ 601 ਵੇਵਰ ਦਾ ਵੀ ਚਲਾਈ ਰੱਖੋ ਕੰਮ, ਨਾਲ ਇਹ ਵੀ ਜਿਹੜਾ ਫਾਈਲ ਕਰ ਰੱਖੋ। ਹਾਲ ਦੀ ਘੜੀ ਤਾਂ ਅਟਾਰਨੀ ਕਹਿਣਾ ਜੀ ਇਹਨਾਂ ਨੇ 14 ਦਿਨਾਂ ਦੀ ਸ਼ਾਇਦ 2 ਵੀਕ ਦੀ ਰੋਕ ਲਾਈ ਸੀ। ਜੇ ਉਹ ਰੋਕ ਗਈ ਦੁਬਾਰਾ ਅੱਗੇ ਕਿਤੇ ਹੋਰ ਗਈ, ਵਾਪਸ ਦੁਬਾਰਾ ਖੁੱਲ ਗਿਆ, ਸੋ ਮੌਕਾ ਜਾਣ ਨਾ ਦਿਓ। ਜਿਹਦੇ ਕੋਲ ਮੌਕਾ ਹੈਗਾ ਆਪਣੀ ਭਾਈ ਐਪਲੀਕੇਸ਼ਨ ਘੱਲ ਦਿਓ। ਉਹ ਅਸੈਪਟ ਜਿਹੜੀ ਉਹ ਇਸ ਟਾਈਮ